पढ़ो, सुनो, देखो ਸਾਹਿਤ ਪਾਠ। ਜਸਵੰਤ ਸਿੰਘ ਕਮਲ ਦੁਆਰਾ ਰਚਿਤ ਨਾਵਲ ਰੂਪਧਾਰਾ ਦੇ 5ਵੇਂ ਕਾਂਡ ਦਾ ਇਹ ਦੂਜਾ ਭਾਗ। ਧਰਮਸ਼ਾਲਾ ਆਉਣ ਦੇ ਪਹਿਲੇ ਮਹੀਨੇ 'ਚ ਹੀ ਉਹਨਾਂ ਨੂੰ ਬੇਜੀ, ਤਾਰੇ ਅਤੇ ਭਗਵੰਤ ਦੀਆਂ ਵਾਰੋ-ਵਾਰੀ ਚਿੱਠੀਆਂ ਮਿਲੀਆਂ। ਹਰ ਥਾਂ ਸੁੱਖ-ਸਾਂਦ ਸੀ, ਪਰ ਤਾਰੇ ਨੇ ਲਿਖਿਆ ਕਿ ਬਾਪੂ ਜੀ ਹੋਰਾਂ ਉੱਤੇ ਇੱਕ ਮੁਕੱਦਮਾ ਬਣ ਗਿਆ ਏ। ਬਹੁਤਾ ਵਿਸਥਾਰ ਕੋਈ ਨਹੀਂ ਸੀ। ਰੂਪ ਅਤੇ ਕੇਸਰ ਨੂੰ ਉਹਨਾਂ ਤੇ ਮੁਕੱਦਮਾ ਬਣ ਜਾਣ ਦੀ ਕੀ ਪਰਵਾਹ ਸੀ। ਉਹਨਾਂ ਗੱਲ ਆਈ ਗਈ ਕਰ ਛੱਡੀ। ਪਰ 15 ਦਿਨ ਹੋਰ ਬੀਤ ਜਾਣ ਪਿੱਛੋਂ ਸ਼ੇਰਿਆਣਿਓਂ ਇੱਕ ਚਿੱਠੀ ਆਈ। ਇਹ ਗੁਰਦੇਵ ਨੇ ਪਾਈ ਹੋਈ ਸੀ। ਉਸ ਲਿਖਿਆ ਸੀ, ਪਿਆਰੇ ਵੀਰ ਜੀ, ਸਤਿ ਸ਼੍ਰੀ ਅਕਾਲ ਪ੍ਰਵਾਨ ਕਰਨੀ। ਵੀਰ ਜੀ, ਗੁੱਸਾ ਘਰਦਿਆਂ ਉੱਤੇ ਤੁਹਾਡਾ 100 ਵਾਰ ਹੋਵੇ, ਪਰ ਅਸਾਂ ਭੈਣਾਂ ਨੇ ਤੁਹਾਡਾ ਕੀ ਵਿਗਾੜਿਆ ਹੈ। ਸ਼ੇਰਿਆਣੇ ਨਾ ਸਹੀ, ਤੁਸੀਂ ਸਾਡੇ ਕੋਲ ਹੀ ਛੁੱਟੀ ਕੱਟਣ ਆਉਂਦੇ। ਮਿਲਣ ਨਹੀਂ ਆਉਣਾ ਸੀ ਤਾਂ ਚਿੱਠੀ ਚੀਰਾ ਹੀ ਲਿਖਦੇ। ਤੁਸੀਂ ਇੰਨੇ ਮੋਹ ਤੋੜ ਹੋ ਗਏ ਜਿਵੇਂ ਸਾਡੇ ਕੁਝ ਵੀ ਨਹੀਂ ਲੱਗਦੇ। ਮਾਂ ਮਰੀ ਤਾਂ ਤੁਹਾਡਾ ਆਉਣਾ ਬਣਦਾ ਸੀ। ਤੁਸੀਂ ਘਰਦਿਆਂ ਨੂੰ ਛੱਡ ਕੇ ਲੋਕਾਂ ਦੇ ਮੂੰਹ ਨੂੰ ਹੀ ਆਉਂਦੇ। ਚਲੋ, ਉਹ ਗੱਲ ਤਾਂ ਪੁਰਾਣੀ ਹੋ ਗਈ, ਪਰ ਹੁਣ ਤੁਸੀਂ ਦੱਸੋ, ਸਾਡੇ ਨਾਲੋਂ ਇਸੇ ਤਰ੍ਹਾਂ ਹੀ ਟੁੱਟੇ ਰਹਿਣਾ ਏ ਜਾਂ ਮਿਲਣਾ ਵਰਤਣਾ ਏ। ਕੱਲ ਤਾਰੇ ਤੋਂ ਤੁਹਾਡਾ ਸਰਨਾਮਾ ਲਿਆ ਤੇ ਅੱਜ ਦੋਵੇਂ ਭੈਣਾਂ ਵੀਰ ਭਰਜਾਈ ਵੱਲ ਚਿੱਠੀ ਲਿਖ ਰਹੀਆਂ। ਭਾਬੀ ਨੇ ਪੇਕੀ ਤਾਂ ਗੁੱਡੀ ਤੇ ਗੁੱਡੂ ਦੀਆਂ ਵਧਾਈਆਂ ਭੇਜ ਦਿੱਤੀਆਂ, ਪਰ ਸਾਨੂੰ 3 ਪੈਸਿਆਂ ਦਾ ਕਾਟ ਵੀ ਨਾ ਸਰਿਆ। ਕੀ ਅਸੀਂ ਇੰਨੀਆਂ ਹੰਸਿਆਰੀਆਂ ਸੀ ਕਿ ਕੱਪੜੇ ਵੀ ਨਾ ਭੇਜ ਸਕਦੀਆਂ। ਤੁਸੀਂ ਦੋਵੇਂ ਜੀ ਛੁੱਟੀ ਆਵੋ, ਅਸੀਂ ਮੁੰਡੇ ਕੁੜੀ ਨੂੰ ਵੇਖਣ ਲਈ ਤਰਸ ਰਹੀਆਂ। ਅਸੀਂ ਭਾਬੀ ਨੂੰ ਹੱਥ ਬੰਨ੍ਹ ਕੇ ਆਖਦੀਆਂ ਉਹਦਾ ਕੋਈ ਕਸੂਰ ਨਹੀਂ ਸੀ, ਉਹ ਸਾਰਾ ਗੁੱਸਾ ਭੁਲਾ ਦੇਵੇ ਅਤੇ ਬੱਚਿਆਂ ਸਮੇਤ ਪਿੰਡ ਨੂੰ ਜ਼ਰੂਰ ਆਵੇ। ਇੱਕ ਹੋਰ ਮਾੜੀ ਗੱਲ ਹੋਈ ਏ। ਬਾਪੂ ਜੀ ਤੇ ਰਤਨੇ ਬਾਈ ਉੱਤੇ ਫੌਜਦਾਰੀ ਮੁਕੱਦਮਾ ਬਣ ਗਿਆ ਏ। ਪਿੰਡ ਦੀ ਸ਼ਾਮਲਾਤ ਵੰਡਣ ਪਿੱਛੇ ਬੱਗੇ ਕਿਆ ਨਾ ਲੜ ਪਏ। ਸੱਟਾਂ ਭਾਵੇਂ ਦੋਹਾਂ ਧਿਰਾਂ ਦੇ ਵੱਜੀਆਂ ਸਨ, ਪਰ ਔਂਤਰੇ ਥਾਣੇਦਾਰ ਨੇ ਉੱਪਰੋਂ ਪੈਸੇ ਖਾ ਕੇ ਬਾਪੂ ਜੀ ਤੇ ਰਤਨੇ ਬਾਈ ਨੂੰ ਬੰਨ੍ਹ ਲਿਆ। ਉਹਨਾਂ ਦੀਆਂ ਜ਼ਮਾਨਤਾਂ ਹੋ ਗਈਆਂ ਨੇ, ਪਰ ਸ਼ਰੀਕ ਰਾਜ਼ੀਨਾਮਾ ਨਹੀਂ ਹੋਣ ਦਿੰਦੇ। ਆਂਦੇ ਆ ਦੁੱਲਾ ਸਿਉ ਨੂੰ ਇਸ ਉਮਰੇ ਕੈਦ ਕਰਵਾਉਣਾ ਏ। ਵੀਰ, ਤੂੰ ਹੀ ਦੱਸ, ਇਹ ਚੰਗੀ ਹੈ। ਤਾਰੇ ਨੇ ਦੱਸਿਆ ਜਿਹੜੇ ਡਿਪਟੀ ਦੇ ਮੁਕੱਦਮਾ ਏ ਉਹ ਤੇਰੇ ਕਾਲਜ ਦੇ ਯਾਰ ਇੰਦਰਜੀਤ ਦਾ ਭਰਾ ਏ। ਜੇ ਤੂੰ ਆ ਜਾਵੇਂ, ਬਾਪੂ ਜੀ ਤੇ ਬਾਈ ਰਤਨਾ ਜੇਲ੍ਹ ਜਾਣੋਂ ਬਚ ਸਕਦੇ ਆ। ਭੱਜੀਆਂ ਬਾਹਾਂ ਫੇਰ ਵੀ ਗਲਾਂ ਨੂੰ ਹੀ ਆਉਂਦੀਆਂ ਹਨ। ਤੂੰ ਸੋਨਾ ਵੀਰ ਬਣ ਕੇ ਸਾਡੀ ਭੈਣਾਂ ਦੀ ਬੇਨਤੀ ਮੰਨ ਲੈ ਤੇ ਛੁੱਟੀ ਲੈ ਕੇ ਜ਼ਰੂਰ ਆ ਜਾ। ਤੈਨੂੰ ਬਹੁਤੀ ਬਹੁਤੀ ਤਾਕੀਦ ਹੈ। ਵੇਖੀ ਕਿਤੇ ਢਿੱਲ ਨਾ ਪਾ ਦੇਵੀਂ ਪੁਰਾਣੇ ਗੁੱਸੇ ਵਿੱਚ। ਚਿੱਠੀ ਨੂੰ ਤਾਰ ਸਮਝੀ। ਤਾਰਾ ਪੜ੍ਹੀ ਜਾਂਦਾ ਏ ਤੇ ਤੁਹਾਨੂੰ ਬਹੁਤ ਯਾਦ ਕਰਦਾ ਏ। ਉਸ ਨੂੰ ਵੇਖਣ ਵਾਲੇ ਬੜੇ ਆਉਂਦੇ ਨੇ ਤੇ ਉਹ ਆਖਦਾ, ਕੇਸਰ ਬਾਈ ਦੀ ਸਲਾਹ ਨਾਲ ਵੇਖ ਕੇ ਵਹੁਟੀ ਲੈਣੀ ਏ। ਜੇ ਤੂੰ ਆ ਜਾਵੇਂ, ਕਿੰਨੇ ਹੀ ਕੰਮ ਸਵਾਰੀ ਦੇ ਆ। ਸਾਡਾ ਬੋਲਿਆ ਚਾਲਿਆ ਭਾਬੀ ਮਾਫ ਕਰੇ, ਨਿਆਣਿਆਂ ਨੂੰ ਘੁੱਟ ਕੇ ਪਿਆਰ ਦੇਣਾ। ਤੁਹਾਡੇ ਦਰਸ਼ਨਾਂ ਨੂੰ ਤਰਸਦੀਆਂ ਤੁਹਾਡੀਆਂ ਭੈਣਾਂ ਗੁਰਦੇਵ ਕੌਰ ਤੇ ਮੁਖਤਿਆਰ ਕੌਰ। ਚਿੱਠੀ ਪੜ੍ਹ ਜਾਣ ਪਿੱਛੋਂ ਕੇਸਰ ਨੇ ਰੂਪ ਨੂੰ ਪੁੱਛਿਆ, ਕਿਉਂ, ਤੇਰੀ ਕੀ ਸਲਾਹ ਹੈ। ਰੂਪ ਕੇਸਰ ਤੋਂ ਪਹਿਲਾਂ ਚਿੱਠੀ ਪੜ੍ਹ ਚੁੱਕੀ ਸੀ ਤੇ ਗੁੱਸੇ ਨੂੰ ਮਨ 'ਚ ਮਾਰੀ ਬੈਠੀ ਸੀ। ਮੈਂ ਤਾਂ ਤੁਹਾਡੇ ਨਾਲ ਆ, ਜਿੱਧਰ ਇੰਜਣ ਉਧਰੇ ਗੱਡੀ। ਉਹ ਕਹਿਣਾ ਤਾਂ ਮੈਂ ਨਹੀਂ ਸੀ ਚਾਹੁੰਦੀ, ਪਰ ਹੁਣ ਤਾਂ ਹੀ ਅਸੀਂ ਚਿੱਠੀ ਲਿਖਣ ਵੱਲੋਂ ਹੀ ਰਹੇ ਸੀ। ਚਿੱਠੀ ਤਾਂ ਕੁੜੀਆਂ ਨੇ ਲਿਖੀ ਹੈ। ਜਿੰਨਾ ਚਿਰ ਉਹਨਾਂ ਦੇ ਵਲ ਨਹੀਂ ਨਿਕਲ ਜਾਂਦੇ, ਆਪਾਂ ਵੀ ਨਹੀਂ ਜਾਣਾ। ਚਿੱਠੀ ਕੁੜੀਆਂ ਤੋਂ ਘਰਦਿਆਂ ਨੇ ਲਿਖਵਾਈ ਹੈ, ਜੇਲ੍ਹ ਹੋਣ ਦੇ ਡਰੋਂ। ਨਹੀਂ ਕੁੜੀਆਂ ਨੂੰ ਅੱਗੇ ਨਾ ਭਰਾ ਭਰਜਾਈ ਦਾ ਹੇਜ ਆ ਗਿਆ। ਰੂਪ ਨੂੰ ਅਚਾਨਕ ਤਾ ਆ ਗਿਆ। ਗੱਲ ਤੇਰੀ ਠੀਕ ਹੈ, ਪਰ ਆਪਾਂ ਕੁੜੀਆਂ ਨਾਲ ਜ਼ਰੂਰ ਚਿੱਠੀ ਪੱਤਰ ਰੱਖਣੀ ਸੀ, ਭਾਵੇਂ ਉਤਲੇ ਮੂੰਹੋਂ ਹੀ ਰੱਖਦੇ। ਕੇਸਰ ਨੇ ਕਬੀਲਦਾਰੀ ਪੱਖ ਨੂੰ ਵਿਚਾਰਦਿਆਂ ਆਖਿਆ, ਜਾਣਾ ਮੈਂ ਸਮਝਦੀ ਹਾਂ ਜ਼ਰੂਰ ਚਾਹੀਦਾ। ਅਗਲਾ ਮਾੜੀ ਕਰੇ, ਆਪ ਤੋਂ ਨਾ ਸਰੇ। ਰੂਪ ਨੇ ਸੁਮੇਰ ਦੇ ਮੂੰਹ ਤੋਂ ਮੱਖੀਆਂ ਉਡਾਈਆਂ ਅਤੇ ਉਸ ਦਾ ਵਗਦਾ ਨੱਕ ਸਾਫ਼ ਕਰ ਦਿੱਤਾ। ਪਰ ਇਹ ਦੋਵੇਂ ਭੈਣਾਂ ਅੱਜ ਕਿਉਂ ਮੋਮੋ ਠੱਗਣੀਆਂ ਵਾਂਗ ਤਰਲੇ ਪਾਉਣ ਰਹੀਆਂ ਨੇ। ਜਦ ਗੁਰਦੇਵ ਮੇਰੀ ਮਸ਼ੀਨ ਲੈ ਕੇ ਗਈ ਸੀ, ਉਹਨੂੰ ਨਹੀਂ ਸੀ ਚਾਹੀਦਾ ਆਖਦੀ, ਬਾਪੂ ਜੀ ਮਸ਼ੀਨ ਨਵੀਂ ਲੈਣੀ ਹੈ, ਭਾਬੀ ਦੀ ਨਹੀਂ ਲੈ ਕੇ ਜਾਣੀ। ਪਰ ਉਸਨੂੰ ਤਾਂ ਮਸ਼ੀਨ ਚਾਹੀਦੀ ਸੀ। ਉਹ ਕਿਉਂ ਕੁਝ ਕਹਿੰਦੀ। ਜਦ ਤੁਹਾਡੇ ਬਾਪੂ ਜੀ ਮੈਨੂੰ ਘਰੋਂ ਕੱਢਣ ਲਈ ਤੂੰ ਹੀ ਆਉਂਦੇ ਸੀ, ਮੁਖਤਿਆਰੋਂ ਤੋਂ ਇੰਨੀ ਵੀ ਨਾ ਸਰੀ ਕਿ ਹਟ ਬਾਪੂ ਜੀ ਕੀ ਕਰਦਾ ਹੈ। ਮੈਂ ਕੁੱਤੇ ਵਾਂਗ ਧੂ ਕੇ ਬਾਹਰ ਸੁੱਟ ਦਿੱਤੀ ਤੇ ਅੱਜ ਇਹ ਕਹਿੰਦੀਆਂ ਨੇ ਕਿ ਸਾਡਾ ਕੀ ਕਸੂਰ ਹੈ। ਮੇਰਾ ਤਾਂ ਢਿੱਡ ਭਰਿਆ ਪਿਆ ਏ, ਪਰ ਜਿਉਂਦਾ ਰਹੇ ਤਾਰਾ, ਜਿਹੜਾ ਹੁਣ ਵੀ ਸਾਹੀਂ ਸਾਹ ਲੈਂਦਾ ਏ। ਰੂਪ ਦੀਆਂ ਅੱਖਾਂ ਭਰ ਆਈਆਂ। ਉਸ ਉੱਠ ਕੇ ਸਮੀਰ ਨੂੰ ਚੁੱਕ ਲਿਆ। ਭਾਵੇਂ ਰੂਪ ਦੀ ਇੱਕ ਵੀ ਗੱਲ ਝੂਠ ਨਹੀਂ ਸੀ, ਪਰ ਕੁੜੀਆਂ ਨੂੰ ਮੋਮੋ ਠੱਗਣੀਆਂ ਆਖਣ ਤੇ ਕੇਸਰ ਥੋੜਾ ਵੱਟ ਖਾ ਗਿਆ। ਉਹ ਜੇ ਇੰਨਾ ਗੁੱਸਾ ਢਿੱਡ 'ਚ ਫਿਰ ਜਾਣ ਦੀ ਕੀ ਲੋੜ ਏ। ਕੇਸਰ ਉੱਠ ਕੇ ਬਾਹਰ ਨੂੰ ਤੁਰ ਪਿਆ। ਰੂਪ ਨੇ ਰਾਹ ਰੋਕਦਿਆਂ ਆਖਿਆ, ਜਿਹਦੇ ਨਾਲ ਬੀਤੀ ਹੁੰਦੀ ਹੈ ਉਹਨੂੰ ਗੁੱਸਾ ਵੀ ਆਉਂਦਾ ਏ, ਪਰ ਗੁੱਸਾ ਕੱਢਣ ਦਾ ਵੀ ਇਹੀ ਮੌਕਾ ਹੈ। ਲੋਕਾਂ ਨੂੰ ਪਤਾ ਲੱਗੇਗਾ ਜਿਨ੍ਹਾਂ ਨੂੰ ਘਰੋਂ ਕੱਢਿਆ ਸੀ ਉਹਨਾਂ ਹੀ ਆ ਕੇ ਕੈਦ ਹੋਣੋਂ ਬਚਾਏ। ਜਾਣਾ ਕੇਸਰ ਵੀ ਚਾਹੁੰਦਾ ਸੀ, ਪਰ ਉਹ ਆਪਣਾ ਮਨ ਰੂਪ ਤੋਂ ਲੁਕਾਉਂਦਾ ਸੀ। ਸਾਲਾਂ ਦਾ ਗੁੱਸਾ ਪਿਘਲਦਾ ਪਿਘਲਦਾ ਪਾਣੀ ਬਣ ਗਿਆ ਸੀ। ਸਮਾਜੀ ਹਾਲਤ ਸਾਵੀਂ ਹੋਣ ਲਈ ਕਿਸੇ ਬਹਾਨੇ ਦੀ ਉਡੀਕ ਕਰ ਰਹੀ ਸੀ। ਦੇਖੀ ਜਾਵੇਗੀ, ਹਾਲੇ ਉਹਨਾਂ ਨੂੰ ਘੋੜੇ ਭਜਾ ਲੈਣ ਦਿਓ। ਨਹੀਂ, ਹੁਣ ਪੰਜਾਬ ਆਏ ਆ ਸਵੱਬ ਨਾਲ, ਫਿਰ ਕੀ ਪਤਾ ਕਿੱਥੇ ਮਾਰਨ ਚੁੱਕ ਕੇ। ਮੈਂ ਬੇਜੀ ਕੋਲ ਰਹਿ ਪਵਾਂਗੀ। ਤੁਸੀਂ ਸਾਰਿਆਂ ਨੂੰ ਘਰ ਮਿਲ ਆਉਣਾ, ਨਾਲੇ ਇੰਦਰਜੀਤ ਨੂੰ ਮਿਲ ਕੇ ਉਹਨਾਂ ਦਾ ਕੰਮ ਕਰਵਾ ਦੇਣਾ। ਰੂਪ ਨੇ ਬੇਜੀ ਨੂੰ ਮਿਲਣ ਲਈ ਵੀ ਕਾਹਲੀ ਪਾਈ ਹੋਈ ਸੀ। ਉਹ ਚਾਹੁੰਦੀ ਸੀ ਕਿ ਉਹ ਵੇਲਾ ਕਿਹੜਾ ਹੋਵੇ ਜਦ ਸੁਮੇਰ ਤੇ ਗੁਰਮੀਤ ਨੂੰ ਬੇਜੀ ਦੀ ਗੋਦ ਵਿੱਚ ਜਾ ਦੇਵਾਂ।
ਤਵੰਤ ਨੂੰ 2 ਕੁੜੀਆਂ ਹੋਰ ਹੋ ਚੁੱਕੀਆਂ ਸਨ ਅਤੇ ਮੁੰਡਾ ਕੋਈ ਨਹੀਂ ਜੰਮਿਆ ਸੀ। ਇਸ ਗੱਲ ਦਾ ਬੇਜੀ ਨੂੰ ਪੁੱਜ ਕੇ ਦੁੱਖ ਸੀ। ਜਾਂਦੇ ਤਾਂ ਰਹਾਂਗੇ, ਪਰ 100 ਹੋਰ ਪੁੱਟਿਆ ਜਾਵੇਗਾ। ਕੇਸਰ ਜਾਣ ਲਈ ਤਿਆਰ ਹੁੰਦਾ ਹੋਇਆ ਵੀ ਆਰਥਿਕ ਪਰਛਾਵੇਂ ਹੇਠ ਆਇਆ ਹੋਇਆ ਸੀ। ਹੁਣ ਬੈਂਕ 'ਚ ਕਿੰਨੇ ਨੇ? 225 ਹੈ। ਛੁੱਟੀ ਕੱਟਣ ਨਾਲ 100 ਤਨਖਾਹ ਦਾ ਵੀ ਬਚ ਜਾਵੇਗਾ। ਉਹ ਇੱਕ ਪਲ ਠਹਿਰ ਕੇ ਬੋਲੀ, ਉਂਝ ਘਰ ਵੀ ਖਾਲੀ ਹੱਥ ਨਹੀਂ ਜਾਇਆ ਜਾਣਾ। ਕਿਸੇ ਨੂੰ ਕੀ ਪਤਾ ਏ ਕਿਵੇਂ ਦੋਹਾਂ ਜੀਆਂ ਮਜ਼ਦੂਰੀ ਕੀਤੀ ਏ, ਪਰ ਸਾਰਿਆਂ ਕਹਿਣਾ ਇੰਨੇ ਸਾਲਾਂ ਪਿੱਛੋਂ ਆਏ ਐ, ਖਾਲੀ ਹੱਥ ਤਾਂ ਨਹੀਂ ਆਏ ਹੋਣੇ। ਘਰ ਦਾ ਹਾਲ ਤੇਰੇ ਕੋਲੋਂ ਕਿਹੜਾ ਗੁੱਝਾ ਏ? ਕੇਸ ਦਾ ਫੈਸਲਾ ਹੋ ਜਾਂਦਾ ਤਾਂ ਖਬਰੇ ਪਿਛਲਾ ਬਕਾਇਆ ਵੀ ਮਿਲ ਜਾਂਦਾ। ਫਿਰ ਰੋਣਾ ਹੀ ਕਾਹਦਾ ਸੀ? ਭਾਵੇਂ ਉਹ ਕਿੰਨੇ ਔਖੇ ਸਨ, ਪਰ ਜਾਣ ਦੀ ਤਿਆਰੀ ਵਜਾ ਦਿੱਤੀ। ਪਰ ਪਿੰਡ ਨੂੰ ਖਤ ਪੱਤਰ ਕੋਈ ਨਾ ਪਾਇਆ। ਭੈਣ ਜੀ, ਰੁਪਈਏ 5 ਦੇਣੇ, ਮੈਂ ਤੁਹਾਨੂੰ ਹੁਣੇ ਤੜਵਾ ਕੇ ਦਿੰਦਾ ਹਾਂ। ਹਰਨੇਕ ਨੇ ਵੱਲਾ ਰੱਤੀ ਮਾਰ ਕੇ ਰੂਪ ਤੋਂ 5 ਦਾ ਨੋਟ ਹਥਿਆ ਲਿਆ ਤੇ ਸ਼ਾਮੀ ਰੁਪਈਏ ਦੇਣ ਦੀ ਥਾਂ ਉਹ ਪੀ ਕੇ ਘਰ ਆਇਆ। ਰੂਪ ਨੂੰ ਲਹਿਰੀ ਉਮਰ ਵਿੱਚ ਹੀ ਵਿਗੜੇ ਹਰਨੇਕ ਉੱਤੇ ਬੜਾ ਦੁੱਖ ਹੋਇਆ। ਉਹ ਮਸੀਂ ਰੁੜ ਖੁੜ ਕੇ 10ਵੀਂ ਤੱਕ ਆਇਆ ਸੀ ਅਤੇ ਪਿਛਲੇ ਸਾਲ ਫੇਲ ਵੀ ਹੋ ਗਿਆ ਸੀ। ਇਕੱਲਾ ਹੋਣ ਕਰਕੇ ਬੂੜ ਸਿੰਘ ਵੀ ਡਾਂਟ ਨਹੀਂ ਸਕਦਾ ਸੀ। ਦੂਜੇ ਸ਼ਰਾਬ ਵਰਗੀ ਤੱਤ ਉਸਦੀ ਹੀ ਆਪਣੀ ਦੇਣ ਸੀ। ਦਿਨੋਂ ਦਿਨ ਹਰਨੇਕ ਬਾਪ ਦੇ ਲੱਛਣਾਂ ਨੂੰ ਮਾਤ ਪਾਉਂਦਾ ਜਾ ਰਿਹਾ ਸੀ ਤੇ ਹੁਣ ਬੂੜ ਸਿੰਘ ਵਿਗੜਦੇ ਹਰਨੇਕ ਨੂੰ ਵੇਖ-ਵੇਖ ਝੂਰ ਰਿਹਾ ਸੀ। ਸਵੇਰੇ ਜਦ ਉਸਨੂੰ ਹੋਸ਼ ਆਈ, ਰੂਪ ਉਸਨੂੰ ਸਮਝਾਉਣ ਲੱਗੀ। ਨੇਕਿਆ, ਤੈਨੂੰ ਪੜਨ ਵਾਲੇ ਨੂੰ ਸ਼ਰਾਬ ਕੀ ਆਉਂਦੀ ਹੈ? ਲੈ ਬੀਬੀ, ਤੁਸੀਂ ਇੰਨੇ ਵਰਿਆਂ ਪਿੱਛੋਂ ਆਏ। ਸੁਮੇਰ ਭਾਣਜੇ ਦੀ ਵੱਖਰੀ ਖੁਸ਼ੀ ਸੀ। ਖੁਸ਼ੀਆਂ ਇੱਕਦਮ ਇੰਨੀਆਂ ਚੜ ਗਈਆਂ, ਜੇ ਨਾ ਪਿੰਦਾ ਦਿਲ ਫੇਲ ਹੋ ਜਾਣ ਦਾ ਡਰ ਸੀ। ਹਰਨੇਕ ਨੇ ਰੂਪ ਨੂੰ ਗੱਲਾਂ ਦੀ ਚੱਕਰੀ ਦੇਣੀ ਚਾਹੀ। ਬੱਕਰਾ ਨਾ ਹੋਵੇ। ਮਾਲਣ ਨੇ ਵੱਟ ਕੇ ਮੁੱਕੀ ਮਾਰੀ ਤੇ ਸਾਰੇ ਹੱਸਣੋਂ ਨਾ ਰਹਿ ਸਕੇ। ਹਰਨੇਕ ਝੱਟ ਹੀ ਕੋਈ ਬਹਾਨਾ ਬਣਾ ਕੇ ਉੱਥੋਂ ਖਿਸਕ ਗਿਆ। ਮਤਾਂ 5 ਰੁਪਈਆਂ ਵਾਲਾ ਪੋਲ ਹੀ ਨਾ ਨੰਗਾ ਹੋ ਜਾਵੇ। ਪਰ ਐਨੀ ਨਿੱਕੀ ਗੱਲ ਜਗਰੂਪ ਕਦੋਂ ਕਹਿ ਸਕਦੀ ਸੀ? ਬੂੜ ਸਿੰਘ ਦੀ ਹਾਲਤ ਕਾਫੀ ਪਤਲੀ ਪੈ ਚੁੱਕੀ ਸੀ। ਉਹ 1000 ਕੁ ਰੁਪਏ ਦਾ ਕਰਜ਼ਈ ਹੋ ਚੁੱਕਾ ਸੀ, ਪਰ ਐਤਕੀ ਉਸ ਕੇਸਰ ਅਤੇ ਰੂਪ ਦੇ ਆਉਣ ਨੂੰ ਦਿਲੋਂ ਜੀ ਆਇਆਂ ਕਿਹਾ। ਇੱਕ ਤਾਂ ਉਹ ਬਹੁਤ ਚਿਰ ਪਿੱਛੋਂ ਆਏ ਸਨ, ਦੂਜੇ ਜਗਰੂਪ ਨੇ ਸਤਵੰਤ ਵਾਂਗ ਉਸਨੂੰ ਕੋਈ ਦੁੱਖ ਨਹੀਂ ਸੀ ਦਿੱਤਾ। ਭਾਵੇਂ ਰੂਪ ਤੇ ਕੇਸਰ ਦੀ ਸ਼ੇਰਿਆਣੀਆਂ ਨਾਲ ਵਿਗੜ ਚੁੱਕੀ ਸੀ, ਫਿਰ ਵੀ ਉਹਨਾਂ ਬੂੜ ਸਿੰਘ ਨੂੰ ਕੋਈ ਉਲਾਂਭਾ ਜਾਂ ਖੁਨਾਮੀ ਨਹੀਂ ਲੈ ਕੇ ਦਿੱਤੀ ਸੀ ਅਤੇ ਜਿੰਨੇ ਦਿਨ ਕੱਟੇ ਸਨ ਆਪਣੇ ਪੈਰਾਂ ਤੇ ਖਲੋ ਕੇ ਕੱਟੇ ਸਨ। ਸਾਰਿਆਂ ਤੋਂ ਵੱਧ ਖੇੜਾ ਪੈਦਾ ਕਰਨ ਵਾਲੇ ਰੂਪ ਦੇ ਫੁੱਲ ਗੁਰਮੀਤ ਤੇ ਸੁਮੇਰ ਸਨ, ਜਿਨ੍ਹਾਂ ਦੀ ਕੁਦਰਤੀ ਖੂਬਸੂਰਤੀ ਸਾਰੇ ਵਿਹੜੇ ਅਤੇ ਹਰ ਕਮਰੇ ਵਿੱਚ ਮਹਿਕ ਜਾਂਦੀ ਸੀ। ਬੱਚਿਆਂ ਦਾ ਹਾਸਾ ਜ਼ਿੰਦਗੀ ਦੇ ਪਿਆਰ ਨੂੰ ਇਸ਼ਕ ਵਿੱਚ ਬਦਲੀ ਜਾ ਰਿਹਾ ਸੀ। ਮਾਲਣ ਨੂੰ ਇਹ ਖੁਸ਼ੀ ਮਸਾਂ ਮਿਲੀ ਸੀ। ਉਹ ਉਹਨਾਂ ਦੋਹਾਂ ਬਾਲਾਂ ਨੂੰ ਗਲੋਂ ਨਹੀਂ ਲਾਉਂਦੀ ਸੀ ਅਤੇ ਸਦਕੇ ਵਾਰੀ ਜਾਂਦੀ ਕਮਲੀ ਹੋਈ ਪਈ ਸੀ। ਉਸਨੂੰ ਸਤਵੰਤ ਅਤੇ ਜਗਰੂਪ ਦੇ ਹੀ ਛੋਟੇ ਰੂਪ ਵਿਖਾਈ ਦਿੰਦੇ ਸਨ। ਉਹ ਕਈ ਪੁਰਾਣੀਆਂ ਯਾਦਾਂ ਨਾਲ ਲੰਮਾ ਸਾਹ ਭਰਦੀ, ਫਿਰ ਆਪ ਉੱਠ ਆਇਆ ਪਿਆਰ ਅਤੇ ਵਰਤਮਾਨ ਖੁਸ਼ੀ ਅੱਖਾਂ ਛਲਕਾ ਦਿੰਦੀ। ਚੂਲੀ ਪਾ ਕੇ ਉਸਦਾ ਨਿੱਕਾ ਜਿੰਨਾ ਪਾਲਿਆ ਬੂਟਾ ਹੁਣ ਕਿੰਨੀ ਵੱਡੀ ਗੁਲਜ਼ਾਰ ਬਣ ਗਿਆ ਸੀ, ਜਿਹੜਾ ਹੁਣ ਕਿਸੇ ਵੀ ਤੂਫਾਨ ਦਾ ਮੁਕਾਬਲਾ ਕਰ ਸਕਦਾ ਸੀ। ਕੇਸਰ ਨੇ ਰੂਪ ਨੂੰ ਸ਼ੇਰਿਆਣੇ ਨਾਲ ਚੱਲਣ ਲਈ ਆਖਿਆ, ਪਰ ਰੂਪ ਨੇ ਉਸਨੂੰ ਸਮਝਾ ਬੁਝਾ ਕੇ ਤੋੜ ਦਿੱਤਾ ਅਤੇ ਤਾਰੇ ਨੂੰ ਭੇਜ ਦੇਣ ਦੀ ਤਾਕੀਦ ਕਰ ਕੱਲੀ। ਤਾਰਾ ਆਪਣੇ ਕੇਸਰ ਬਾਈ ਨੂੰ ਮਿਲ ਕੇ ਨੱਚ ਉੱਠਿਆ। ਰੂਪ ਨੂੰ ਮਿਲਣ ਲਈ ਉਸ ਐਤਵਾਰ ਵੀ ਨਾ ਉਡੀਕਿਆ। ਉਸਦੀ ਭਾਬੀ ਨੇ ਉਸਨੂੰ ਬੁੱਕਲ 'ਚ ਲੈ ਕੇ ਕਿੰਨਾ ਹੀ ਚਿਰ ਘੁੱਟੀ ਰੱਖਿਆ। ਰੂਪ ਲਈ ਉਹ ਉਸਦਾ ਛੋਟਾ ਵੀਰ ਸੀ, ਜਿਹੜਾ ਬਾਤਾਂ ਸੁਣ ਸਮਿਆ ਕਰਦਾ ਸੀ। ਹੁਣ ਉਹ 9ਵੀਂ 'ਚ ਪੜ ਰਿਹਾ ਸੀ। ਤਾਰੂ, ਤੂੰ ਤਾਂ ਦਿਨਾਂ 'ਚ ਹੀ ਗੱਭਰੂ ਹੋ ਗਏ ਤੇ ਵਹੁਟੀ ਕਿਹੋ ਜਿਹੀ ਲੈਣੀ ਏ? ਰੂਪ ਦੀ ਇੰਨੀ ਗੱਲ ਨਾਲ ਹੀ ਤਾਰਾ ਸੰਗ ਗਿਆ। ਉਹ ਸੁਮੇਰ ਨੂੰ ਚੁੱਕੀ ਖਲੋਤਾ ਸੀ ਤੇ ਸੁਮੇਰ ਬਿਨਾਂ ਝਿਜਕ ਉਸਦੇ ਮੂੰਹ ਵਿੱਚ ਉਂਗਲਾਂ ਪਾ ਰਿਹਾ ਸੀ। ਤਾਰਾ ਬਾਲ ਦੀ ਖੇਡ ਨਾਲ ਸ਼ਰਾਬੀ ਹੁੰਦਾ ਜਾ ਰਿਹਾ ਸੀ। ਹੋਰ ਸਾਰੇ ਰਾਜੀ ਖੁਸ਼ੀ ਸੀ। ਤਾਰਿਆ, ਬੀਬੀਆਂ ਦਾ ਕੀ ਹਾਲ ਹੈ? ਮੁਕੱਦਮੇ ਵੇਲੇ ਤੋਂ ਇੱਥੇ ਹੀ ਐ, ਸਾਰੇ ਰਾਜ਼ੀ ਹਨ। ਫਿਰ ਉਹ ਇੱਕ ਵਾਰ ਹੀ ਮੁਸਕਾ ਪਿਆ। ਮੇਰੇ ਤੇ ਤੇਜੋ ਦੀ ਖੜਕਦੀ ਐ ਉਦੋਂ ਦੀ। ਕਿਉਂ? ਬਸ ਦਬਾ ਕੇ ਰੱਖਣਾ ਚਾਹੁੰਦੀ ਸੀ। ਮੇਰੇ ਲੀੜੇ ਧੋਂਦੀ ਵੀ ਨੱਕ ਬੁੱਲ ਮਾਰਦੀ ਸੀ। ਮੈਂ ਇੱਕ ਦਿਨ ਲੀੜੇ ਖੋ ਕੇ ਆਪ ਧੋਣ ਲੱਗ ਪਿਆ। ਤਾਰੇ 'ਚ ਅਣਖ ਦੇ ਚਿੰਨ੍ਹ ਉੱਭਰਦੇ ਆ ਰਹੇ ਸਨ। ਤਾਰਿਆ, ਕਿੱਥੋਂ ਤੱਕ ਪੜ੍ਹਨ ਦੀ ਸਲਾਹ ਹੈ? ਤਾਰੇ ਨੂੰ ਵੇਖਦਿਆਂ ਰੂਪ ਦੀ ਨਜ਼ਰ ਭਗਵੰਤ ਦੀ ਸੁਖਮਿੰਦਰ ਤੱਕ ਚਲੀ ਗਈ। ਹਾਲੇ ਕੀ ਪਤਾ ਏ ਘਰਦਿਆਂ ਦਾ। ਮੇਰਾ ਦਿਲ ਤਾਂ ਪੜ੍ਹਨ ਨੂੰ ਬਹੁਤ ਕਰਦਾ ਏ। ਪੜ੍ਹਾਈ ਛੱਡੀ ਨਾ, ਵੇਲਾ ਹੱਥ ਨਹੀਂ ਆਉਣਾ। ਉਹ 10ਵੀਂ ਨਾ ਕਰ ਸਕਣ ਤੇ ਹੀ ਝੂਰ ਰਹੀ ਸੀ। ਥੋੜੀ ਚੁੱਪ ਪਿੱਛੋਂ ਤਾਰੇ ਨੇ ਝਿਜਕਦਿਆਂ ਆਖਿਆ, ਭਾਬੀ, ਬੀਬੀਆਂ ਆਖਦੀਆਂ ਸੀ ਨਾਲ ਲੈ ਆਵੀਂ। ਕੋਈ ਨਹੀਂ ਤਾਰਿਆ, ਮੈਂ ਕਿਤੇ ਹੋਰ ਥਾਂ ਨਹੀਂ ਜਾਣਾ। ਹੁਣ ਨਹੀਂ ਤੇ ਫੇਰ ਆ ਜਾਵਾਂਗੀ। ਰੂਪ ਦਾ ਦਿਲ ਧੜਕਣ ਲੱਗ ਪਿਆ। ਉਹ ਮਨ 'ਚ ਕਹਿ ਰਹੀ ਸੀ, ਤਾਰਿਆ, ਐਨੀ ਬੇਇੱਜ਼ਤੀ ਨਾਲ ਦੁਰਕਾਰੀ ਰੂਪ ਇਸ ਤਰ੍ਹਾਂ ਕਿਵੇਂ ਜਾ ਸਕਦੀ ਹੈ? ਨਹੀਂ ਭਾਬੀ, ਤੈਨੂੰ ਚੱਲਣਾ ਤਾਂ ਚਾਹੀਦਾ। ਤਾਰੇ ਦਾ ਪਿਆਰ ਬੇਨਤੀ ਬਣਿਆ ਹੋਇਆ ਸੀ। ਰੂਪ ਸੋਚੀ ਪੈ ਗਈ। ਉਸ ਕੋਈ ਉੱਤਰ ਨਾ ਦਿੱਤਾ। ਉਹ ਕਹਿਣਾ ਚਾਹੁੰਦੀ ਸੀ, ਤੂੰ ਹਾਲੇ ਇਹਨਾਂ ਗੱਲਾਂ 'ਚ ਬਹੁਤ ਅਣਜਾਣ ਏ। ਮਾਮਾ ਜੀ, ਮੈਨੂੰ ਵੀ ਚੁੱਕੋ। ਗੁਰਮੀਤ ਨੇ ਤਾਰੇ ਦਾ ਹੱਥ ਹਿਲਾਇਆ।
ਕਮਲੀ, ਇਹ ਚਾਚਾ ਜੀ ਹੈ ਤੇਰੇ। ਰੂਪ ਨੇ ਉਸਨੂੰ ਚੁੱਕ ਲਿਆ। ਛੋਟੀ ਏ, ਹੁਣ ਚੌਥਾ ਸਾਲ ਜਾਂਦਾ ਈ। ਫਿਰ ਭਾਬੀ ਦੱਸਿਆ ਨਾ ਚੱਲਣ ਬਾਰੇ। ਬੀਬੀਆਂ ਸੁਮੇਰ ਹੋਰਾਂ ਨੂੰ ਵੇਖਣ ਲਈ ਵੀ ਤਾਂਘ ਰਹੀਆਂ ਸਨ। ਤਾਰਾ ਲੈ ਕੇ ਤੁਰਨ ਲਈ ਕਾਹਲਾ ਸੀ। ਤੂੰ ਇਹਨਾਂ ਨੂੰ ਲੈ ਜਾ। ਰੂਪ ਦਿਮਾਗੀ ਭਾਫ ਨੂੰ ਹਟਾ ਕੇ ਹੱਸ ਪਈ। ਫਿਰ ਉਸ ਗੰਭੀਰ ਹੁੰਦਿਆਂ ਕਿਹਾ, ਤਾਰਿਆ, ਤੂੰ ਮਜਬੂਰ ਨਾ ਕਰ। ਮੈਨੂੰ ਤੇਰੇ ਨਾਲ ਮੋਹ ਏ। ਆਪਣੇ ਮੋਹ ਦਾ ਸਦਕਾ ਮੈਨੂੰ ਉਹਨਾਂ ਦੇ ਪੈਰਾਂ 'ਚ ਨਾ ਸੁੱਟ, ਜਿਨ੍ਹਾਂ ਪੁਰਾਣੀ ਜੁੱਤੀ ਦੀ ਤਰ੍ਹਾਂ ਵਗਾਹ ਮਾਰੀ ਸੀ। ਰੂਪ ਨੇ ਅੱਖਾਂ ਪੂੰਝ ਲਈਆਂ। ਹੁਣ ਤਾਰਾ ਪਛਤਾ ਰਿਹਾ ਸੀ। ਮੈਂ ਇਹ ਗੱਲ ਹੀ ਕਾਹਨੂੰ ਤੋਰਨੀ ਸੀ। ਉਹ ਉਸੇ ਸ਼ਾਮ ਵਾਪਸ ਚਲਾ ਗਿਆ। ਰੂਪ ਉਸਦੇ ਚਲੇ ਜਾਣ ਪਿੱਛੋਂ ਕਿੰਨਾ ਹੀ ਸਮਾਂ ਸੋਚਦੀ ਰਹੀ। ਤਾਰੇ ਨੂੰ ਘਰ ਦੇ ਪਾਹ ਤੋਂ ਕਿਵੇਂ ਬਚਾਇਆ ਜਾਵੇ। ਘੱਟ ਤੋਂ ਘੱਟ ਚਿੱਠੀਆਂ ਰਾਹੀਂ ਹੀ ਸਮਝਾ ਕੇ ਇਸ ਨੂੰ ਪਿਆਰ ਦਾ ਅਹਿਸਾਸ ਕਰਵਾਈ ਰੱਖਣਾ ਚਾਹੀਦਾ ਹੈ। ਅਗਲੇ ਦਿਨ ਕੇਸਰ ਨਾਲ ਉਸ ਦੀਆਂ ਦੋਵੇਂ ਨਣਦਾਂ ਆ ਗਈਆਂ। ਰੂਪ ਨੇ ਖਿੜੇ ਚਿਹਰੇ ਨਾਲ ਸਤਿ ਸ਼੍ਰੀ ਅਕਾਲ ਆਖਦਿਆਂ ਦੋਹਾਂ ਦੇ ਪੈਰੀ ਹੱਥ ਲਾਇਆ। ਉਹਨਾਂ ਰੂਪ ਦੇ ਹੱਥ ਫੜ ਲਏ ਅਤੇ ਦੋਹਾਂ ਗੁਰਮੀਤ ਅਤੇ ਸਮੀਰ ਨੂੰ ਚੁੱਕ ਲਿਆ। ਉਹਨਾਂ ਪਿਆਰ ਦੇ ਚੁੰਮਣਾਂ ਨਾਲ ਬੱਚਿਆਂ ਦੀਆਂ ਗੱਲਾਂ ਸੂਈਆਂ ਕਰ ਦਿੱਤੀਆਂ। ਬੱਚੇ ਸੁਥਰੀਆਂ ਫਰਾਕਾਂ ਪਾਈ ਨਣਦਾਂ ਦੇ ਕੁੱਛੜ ਗੁਲਾਬ ਦੇ ਫੁੱਲਾਂ ਵਾਂਗ ਲਮਕ ਰਹੇ ਸਨ। ਰੂਪ ਨੇ ਸਭ ਤੋਂ ਪਹਿਲਾਂ ਮਾਂ ਜੀ ਦਾ ਅਫਸੋਸ ਕੀਤਾ। ਨਣਦਾਂ ਨੇ ਮਾਂ ਦੀ ਯਾਦ ਪੁਰਾਣੀ ਹੋ ਜਾਣ ਤੋਂ ਵੀ ਅੱਖਾਂ ਭਰ ਲਈਆਂ। ਸੋਗੀ ਝਾਕੀ ਨੇ ਥੋੜਾ ਸਮਾਂ ਸਭ ਉੱਤੇ ਚੁੱਪ ਧੂੜ ਦਿੱਤੀ। ਫਿਰ ਮਾਲਣ ਚਾਹ ਵਾਲੀ ਟਰੇ ਲੈ ਆਈ। ਚਾਹ ਪੀਣ ਪਿੱਛੋਂ ਨਣਦਾਂ ਨੇ ਰੂਪ ਦੇ ਸ਼ੇਰਿਆਣੇ ਜਾਣ ਦੀ ਗੱਲ ਤੋਰੀ। ਮਖਤਿਆਰੋ ਨੇ ਮਾਂ ਦੀ ਥਾਂ ਸਾਂਭਦਿਆਂ ਪਹਿਲ ਕੀਤੀ। ਸਾਨੂੰ ਰੂਪ, ਹੁਣ ਤੂੰ ਮਾਫੀ ਦੇ ਤੇ ਗੁੱਸਾ ਥੁੱਕ ਕੇ ਤੁਰਨ ਵਾਲੀ ਗੱਲ ਕਰ। ਬੀਬੀ, ਜਾਣਾ ਤਾਂ ਆਖਰ ਨੂੰ ਉੱਥੇ ਹੀ ਹੈ। ਰੂਪ ਨੇ ਹੱਸ ਕੇ ਗੱਲ ਟਾਲਣੀ ਚਾਹੀ। ਅਸੀਂ ਸਵੇਰੇ ਤੈਨੂੰ ਚੁੱਕ ਕੇ ਲੈ ਜਾਣਾ ਏ। ਤੂੰ ਜਾਵੇਂਗੀ ਖਣੀ ਕਿਵੇਂ ਨਾ। ਗੁਰਦੇਵ ਨੇ ਮੋਹ ਮਾਣ ਨਾਲ ਕਿਹਾ। ਤੁਸੀਂ ਇੱਕੋ ਗੱਲ ਦੇ ਕਿਉਂ ਮਗਰ ਪੈ ਗਏ ਹੋ। ਅਸੀਂ ਤੁਹਾਡੇ ਸਹੁਰੀ ਜ਼ਰੂਰ ਮਿਲਣ ਆਇਆ ਕਰਾਂਗੇ। ਰੂਪ ਨੇ ਫਿਰ ਕੰਨੀ ਖਿਸਕਾਣੀ ਚਾਹੀ। ਤੂੰ ਆਪਣੇ ਸਹੁਰੀ ਤਾਂ ਪਹਿਲਾਂ ਚੱਲ। ਗੁਰਦੇਵ ਦੀ ਗੱਲ ਉੱਤੇ ਮਾਲਣ ਤੇ ਕੇਸਰ ਵੀ ਹੱਸ ਪਏ। ਉਹ ਮਾਲਣ ਨੂੰ ਸੰਬੋਧਨ ਕਰਦਿਆਂ ਬੋਲੀ, ਕਿਉਂ ਮਾਸੀ, ਫਿਰ ਸਾਡੇ ਸਹੁਰੀ ਵੀ ਆ ਜਾਵੀਂ। ਅੱਗੇ ਕਿਸੇ ਵਾੜ ਤਾਂ ਨਹੀਂ ਗੱਡੀ। ਕਿਸੇ ਨੇ ਸੱਦਿਆ ਵੀ ਕਦੋਂ ਸੀ। ਰੂਪ ਨੇ ਚੋਟ ਨੂੰ ਪ੍ਰਤੀ ਚੋਟ ਵਿੱਚ ਬਦਲ ਦਿੱਤਾ। ਬਾਬਾ, ਸਾਥੋਂ ਪੈਰੀ ਹੱਥ ਲਵਾ ਲੈ। ਅਸੀਂ ਸੱਦਣ ਵੀ ਆਏ ਆ, ਲੈਣ ਵੀ ਆਏ ਆ ਤੇ ਲਏ ਬਿਨਾਂ ਜਾਣਾ ਵੀ ਨਹੀਂ। ਗੁਰਦੇਵ ਨੇ ਮਿੰਟ ਨਾਲ ਫੈਸਲਾ ਵੀ ਸੁਣਾ ਦਿੱਤਾ। ਰੂਪ ਸੋਚੀ ਪੈ ਗਈ। ਮਾਲਣ ਕਿਸੇ ਤਰ੍ਹਾਂ ਵੀ ਉਹਨਾਂ ਦੀ ਉਲਝਣ ਵਿੱਚ ਨਹੀਂ ਸੀ ਪੈਣਾ ਚਾਹੁੰਦੀ, ਪਰ ਉਸਦੀ ਖਾਹਸ਼ ਸੀ ਕਿ ਰੂਪ ਸਹੁਰੀ ਚਲੀ ਜਾਵੇ ਤਦ ਠੀਕ ਹੈ। ਕੇਸਰ ਦੀ ਦਿਲੀ ਖਾਹਸ਼ ਇਹੀ ਸੀ ਕਿ ਘਰ ਦੇ ਰੂਪ ਨੂੰ ਮਾਣ ਤਾਣ ਨਾਲ ਲੈ ਜਾਣ। ਉਹ ਆਪਣੀਆਂ ਭੈਣਾਂ ਨੂੰ ਸੱਚਾ ਰਹਿੰਦਾ ਵੀ ਨਾਲ ਲਿਆਉਣ ਵਿੱਚ ਕਾਮਯਾਬ ਹੋ ਗਿਆ ਸੀ। ਉਸ ਰੂਪ ਦੀ ਸੋਚ ਨੂੰ ਤੋੜਦਿਆਂ ਕਿਹਾ, ਜੇ ਤੂੰ ਨਾ ਗਈ, ਇਹਨਾਂ ਆਈਆਂ ਦਾ ਵੀ ਕੀ ਰਹੇਗਾ। ਜੇ ਤੁਹਾਨੂੰ ਮੇਰੇ ਵਾਂਗ ਧੂ ਕੇ ਘਰੋਂ ਬਾਹਰ ਸੁੱਟਿਆ ਹੁੰਦਾ, ਤੁਹਾਡੀ ਇਹ ਸਲਾਹ ਘੱਟ ਤੋਂ ਘੱਟ ਬਿਲਕੁਲ ਨਾ ਹੁੰਦੀ। ਰੂਪ ਨੇ ਅੱਖਾਂ ਮੀਟ ਲੀਆਂ, ਜਿਵੇਂ ਉਹ ਦ੍ਰਿਸ਼ ਵੇਖ ਕੇ ਸਹਾਰ ਨਹੀਂ ਸਕਦੀ ਸੀ। ਉਹ ਜੇ ਇੰਨਾ ਹੀ ਗੁੱਸਾ ਸੀ, ਮੈਨੂੰ ਕਾਹਤੋਂ ਭੇਜਿਆ। ਕੇਸਰ ਗੁੱਸਾ ਖਾ ਗਿਆ। ਮਾਲਣ ਨੂੰ ਮੌਕਾ ਸਾਂਭਣਾ ਹੀ ਪੈ ਗਿਆ। ਥੋੜਾ ਤਮਕ ਹੁੰਦਿਆਂ ਉਸ ਰੂਪ ਨੂੰ ਆਖਿਆ, ਕੁੜੀਏ, ਨਣਦਾਂ ਤੇਰੀ ਸੱਸ ਦੀ ਥਾਂ ਹੈ। ਜਿਵੇਂ ਵੀ ਆਖਣ ਕਰਨਾ ਹੋਵੇਗਾ। ਇਹ ਅਜਿਹਾ ਹੁਕਮ ਸੀ ਜਿਸ ਨੂੰ ਰੂਪ ਕਿਸੇ ਵੀ ਤਰ੍ਹਾਂ ਨਹੀਂ ਸੀ ਟਾਲ ਸਕਦੀ। ਦੇਖ ਭਾਬੀ, ਹੁਣ ਤੂੰ ਸਾਰਿਆਂ ਨੂੰ ਧੱਕ ਨਾ। ਮੁਖਤਿਆਰੋ ਨੇ ਰੂਪ ਦੀ ਬਾਂਹ ਫੜ ਲਈ। ਹੁਣ ਰੂਪ ਲਈ ਅੱਛਾ ਕਹੇ ਬਿਨਾਂ ਹੋਰ ਕੋਈ ਚਾਰਾ ਨਾ ਰਿਹਾ। ਰੂਪ ਦੇ ਸ਼ੇਰਿਆਣੇ ਆਉਣ ਨਾਲ ਇੱਕ ਅਚਰਜ ਝਾਕੀ ਪੈਦਾ ਹੋ ਗਈ। ਤੇਜੋ ਉਸ ਨੂੰ ਬਾਹਾਂ ਅੱਡ ਕੇ ਮਿਲੀ। ਰੂਪ ਨੇ ਗੁਜ਼ਰ ਚੁੱਕੀ ਮਾਂ ਜੀ ਦਾ ਅਫਸੋਸ ਤੇਜੋ ਨਾਲ ਵਟਾਇਆ। ਤੇਜੋ ਨੇ ਪਹਿਲਾਂ ਹੀ ਘਰ ਸਵਾਰ ਰੱਖਿਆ ਸੀ। ਆਂਢਣਾ ਗੁਆਂਢਣਾ ਨੇ ਰੂਪ ਨੂੰ ਮੁਬਾਰਕਾਂ ਦੇ ਖੇੜੇ ਨਾਲ ਲੱਦ ਦਿੱਤਾ। ਜਦੋਂ ਰੱਬ ਭਾਗ ਲਾਉਣ ਤੇ ਆਉਂਦਾ ਹੈ, ਦੇਰ ਕੀ ਲੱਗਦੀ ਹੈ। ਜਬੇ ਵਾਲੀ ਗਵਾਂਢਣ ਨੇ ਰੂਪ ਦੀ ਪਹਿਲੀ ਹਾਲਤ ਨੂੰ ਮੁੱਖ ਰੱਖਦਿਆਂ ਸੁਭਾਵਿਕ ਕਿਹਾ। ਸੁਮੇਰ ਤੇ ਗੁਰਮੀਤ ਵੱਲ ਵੇਖਦਿਆਂ ਭੁੱਖ ਲੈਂਦੀ ਸੀ, ਜਿਵੇਂ ਕਿਸੇ ਰਾਜੇ ਰਾਣੀ ਦੇ ਬੱਚੇ ਹੋਣ। ਉਹਨਾਂ ਦਾ ਵਾਇਆ ਸਵਾਰਿਆ ਹੁਸਨ ਬਾਤਾਂ ਪਾ ਰਿਹਾ ਸੀ। ਤਾਰਾ ਸੁਮੇਰ ਦਾ ਘੋੜਾ ਬਣਿਆ ਇੱਕ ਥਾਂ ਨਿਚਲਾ ਨਹੀਂ ਬਹਿ ਸਕਦਾ ਸੀ। ਭਾਵੇਂ ਤੇਜੋ ਨੇ ਵੀ ਆਪਣੇ ਗੁੱਡੂ ਨੂੰ ਨੁਹਾ ਧੁਆ ਛੱਡਿਆ ਸੀ, ਪਰ ਇੱਕ ਦਿਨ ਦੀ ਸਫਾਈ ਦਾ ਪਤਾ ਗੁੱਡੂ ਦੇ ਨੰਗੇ ਪੈਰਾਂ ਤੋਂ ਸਾਫ਼ ਜ਼ਾਹਰ ਹੋ ਰਿਹਾ ਸੀ। ਨਣਦਾਂ ਰੂਪ ਦੇ ਪ੍ਰਭਾਵ ਦੀਆਂ ਅਸਲੋਂ ਕਾਇਲ ਹੋ ਚੁੱਕੀਆਂ ਸਨ। ਕੇਸਰ ਨੂੰ ਦੂਜੇ ਵਿਆਹ ਲਈ ਆਖਣ ਦਾ ਕੋਈ ਸੁਪਨਾ ਵੀ ਨਹੀਂ ਸੀ ਲੈ ਸਕਦਾ। ਬੱਚਿਆਂ ਦੀ ਖੂਬਸੂਰਤ ਜੋੜੀ ਨੇ ਸਮਾਜ ਵਿੱਚ ਰੂਪ ਦਾ ਅਜਿਹਾ ਵਕਾਰ ਕਾਇਮ ਕਰ ਦਿੱਤਾ ਸੀ ਜਿਸ ਨੂੰ ਕੋਈ ਤਕੜਾ ਖੁਦਾ ਵੀ ਨਹੀਂ ਸੀ ਤੋੜ ਸਕਦਾ। ਰੂਪ ਤੇ ਕੇਸਰ ਦੀ ਜੋੜੀ ਨੂੰ ਜਿਸ ਬੁੱਤਕਾੜੇ ਨੇ ਘੜਿਆ ਸੀ, ਉਸ ਦੀ ਸਿਆਣਪ ਨਾਲ ਜ਼ਾਤੀ ਤਜਰਬਾ ਵੀ ਸ਼ਾਮਲ ਸੀ। ਫਿਰ ਰੂਪ ਕੇਸਰ ਨੂੰ ਨਿਰਾ ਰੂਪ ਹੋ ਕੇ ਨਹੀਂ ਸੀ ਮਿਲੀ, ਸਗੋਂ ਰੂਹ ਨੇ ਰੂਹ ਦੇ ਪਿਆਰ ਨੂੰ ਰੂਪਮਾਨ ਕਰ ਲਿਆ ਸੀ। ਰੂਪ ਕੇਸਰ ਦਾ ਸਾਕਾਰ ਹੋਇਆ ਸੁਪਨਾ ਸੀ। ਉਦੋਂ ਜਦੋਂ ਹਕੀਕਤ ਹਥਿਆਰਬੰਦ ਵੀ ਹੋਵੇ, ਕਿਸੇ ਖਿਆਲ ਦੀ ਚੁਸਤੀ ਉਸ ਨੂੰ 100 ਵਲ ਫਰੇਬ ਨਾਲ ਵੀ ਝੁੱਠੀ ਨਹੀਂ ਪਾ ਸਕਦੀ। ਰਤਨੇ ਨੇ ਵੀ ਰੂਪ ਦੀ ਸੁੱਖ ਸਾਂਦ ਪੁੱਛਦਿਆਂ ਬੱਚਿਆਂ ਨੂੰ ਪਿਆਰ ਦਿੱਤਾ। ਉਸ ਦੇ ਦਿਮਾਗ ਵਿੱਚ ਕੋਈ ਗੁੱਸਾ ਗਿਲਾ ਰਿਹਾ ਹੀ ਨਹੀਂ ਸੀ। ਉਸ ਬੋਲ ਵਿਗਾੜ ਕੋਈ ਕਦੇ ਨਹੀਂ ਸੀ ਕੀਤਾ, ਕੇਵਲ ਭੁਲੇਖੇ ਵਿੱਚ ਪਿਓ ਦੀ ਬਾਹਰ ਕਰਵਾਈ ਸੀ। ਇਹ ਉਸ ਦੇ ਭੋਲੇ ਸੁਭਾਅ ਦੀ ਇੰਤਹਾ ਸੀ ਕਿ ਉਸ ਨੂੰ ਤੇਜੋ ਬਾਰੇ ਕਦੇ ਸ਼ੱਕ ਵੀ ਨਹੀਂ ਸੀ ਪੈਦਾ ਹੋਈ। ਉਹ ਕਿਸੇ ਤਰ੍ਹਾਂ ਦਾ ਗੈਰ ਕੁਦਰਤੀ ਖਿਆਲ ਵੀ ਦਿਮਾਗ ਵਿੱਚ ਨਹੀਂ ਸੀ ਲਿਆ ਸਕਦਾ।
ਦੁੱਲਾ ਸਿੰਘ ਨੇ ਬੱਚਿਆਂ ਨੂੰ ਓਪਰੇ ਮਨ ਨਾਲ ਪਿਆਰ ਦਿੱਤਾ, ਪਰ ਰੂਪ ਦਾ ਸਿਰ ਨਾ ਪਲੋਸਿਆ। ਉਸਦੇ ਚੀੜੇ ਮਨ ਤੋਂ ਖੁੰਦਕ ਨਹੀਂ ਸੀ ਗਈ। ਰੂਪ ਆਪੂ ਨਹੀਂ ਸੀ ਚਾਹੁੰਦੀ ਕਿ ਉਸਦਾ ਗੰਦਾ ਹੱਥ ਸਿਰ ਨੂੰ ਛੋਵੇ, ਕਿਸੇ ਤਰ੍ਹਾਂ ਦੀ ਆਸ਼ੀਰਵਾਦ ਰੂਹ ਨੂੰ ਕਤਲ ਕਰੇ। ਨਵੇਂ ਪਰਿਵਾਰ ਦੇ ਆ ਜਾਣ ਨਾਲ ਘਰ ਦੀ ਰੂਹ ਜਵਾਨ ਹੋ ਗਈ ਪ੍ਰਤੀਤ ਹੁੰਦੀ ਸੀ। ਰੌਣਕ ਨਾਲ ਸਫਾਈ ਵੱਧ ਗਈ। ਰੂਪ ਆਪਣੇ ਚੁਬਾਰੇ ਚੜੀ। ਘਰ ਨਾਲ ਸਾਰਾ ਹੀ ਪਿੰਡ ਉਸ ਨੂੰ ਫਿਰ ਚੰਗਾ ਲੱਗ ਆਇਆ। ਬੀਤ ਚੁੱਕੇ ਨੂੰ ਉਸ ਗਲਤ ਸਮਝ ਕੇ ਭੁਲਾਉਣ ਦਾ ਯਤਨ ਕੀਤਾ। ਰੂਪ ਨੇ ਆਪਣੇ ਹਾਣੀ ਦੀ ਸਹਾਇਤਾ ਨਾਲ ਜ਼ਿੰਦਗੀ ਨੂੰ ਆਕੜ ਕੇ ਬੜੀ ਅਣਖ ਨਾਲ ਜਿੱਤਿਆ ਸੀ। ਇਸ ਜਿੱਤ ਨਾਲ ਉਸਦਾ ਮਾਣ ਹੁਸਨ ਸੁਗੰਧੀ ਬਣ ਕੇ ਪਿੰਡ 'ਚ ਖਿਲਰ ਗਿਆ। ਕਈ ਦਿਨ ਗਲੀ ਮੁਹੱਲੇ 'ਚ ਉਸਦੇ ਸਚਿਆਰ ਦੀਆਂ ਗੱਲਾਂ ਛਿੜੀਆਂ ਰਹੀਆਂ। ਰੂਪ ਅਤੇ ਕੇਸਰ ਦੇ ਆ ਜਾਣ ਨਾਲ ਦੁੱਲਾ ਸਿੰਘ ਝਮਿਆ ਰਹਿੰਦਾ ਸੀ। ਵਾਹ ਲੱਗਦੀ ਉਹ ਘੱਟ ਹੀ ਆਉਂਦਾ ਸੀ। ਹਵੇਲੀ ਜਾਂ ਧਰਮਸ਼ਾਲਾ ਹੀ ਦਿਨ ਗੁਜ਼ਾਰਦਾ। ਉਸਦਾ ਦਿਲ ਕੇਸਰ ਉੱਤੇ ਹਾਲੇ ਵੀ ਖਿੱਚਦਾ ਸੀ, ਪਰ ਕਰ ਉਹ ਕੁਝ ਵੀ ਨਹੀਂ ਸੀ ਸਕਿਆ। ਹੁਣ ਮੁਕੱਦਮੇ ਵਿੱਚ ਉਸਦੀ ਸਹਾਇਤਾ ਲਈ ਇੰਨਾ ਨੀਵਾਂ ਹੋ ਗਿਆ ਸੀ ਕਿ ਕੁੜੀਆਂ ਤੋਂ ਚਿੱਠੀ ਲਿਖਵਾ ਕੇ ਉਸ ਇਹ ਅਡੰਬਰ ਰਚ ਲਿਆ। ਪਰ ਕੇਸਰ ਦਾ ਮਨ ਪਹਿਲਾਂ ਵਾਂਗ ਕਰੜਾ ਨਹੀਂ ਸੀ ਰਿਹਾ। ਉਹ ਬਾਪੂ ਨੂੰ ਬੁਲਾ ਲਿਆ ਕਰਦਾ। ਕੇਸਰ ਇੰਦਰਜੀਤ ਨੂੰ ਉਸਦੇ ਪਿੰਡੋਂ ਲੈ ਆਇਆ ਅਤੇ ਉਸ ਕੋਲੋਂ ਮੁਕੱਦਮਾ ਸੂਤ ਕਰਵਾ ਲਿਆ। ਮੈਜਿਸਟ੍ਰੇਟ ਨੇ ਦੁੱਲਾ ਸਿੰਘ ਅਤੇ ਰਤਨੇ ਨੂੰ ਸਾਲ ਭਰ ਲਈ ਹਜ਼ਾਰ ਦੀਆਂ ਜ਼ਮਾਨਤਾਂ ਲੈ ਕੇ ਬਰੀ ਕਰ ਦਿੱਤਾ।